ਗੱਲ ਕਰਾਂਗੇ ਪੰਜਾਬ ਬੀਜੇਪੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀ, ਜਿਨ੍ਹਾਂ ਨੇ ਗਠਜੋੜ ਨੂੰ ਲੈ ਕੇ ਇੱਕ ਬਹੁਤ ਹੀ ਵੱਡਾ ਬਿਆਨ ਦਿੱਤਾ ਹੈ। ਪੰਜਾਬ ਦੀ ਭਾਈਚਾਰਕ ਸਾਂਝ ਲਈ ਬੀਜੇਪੀ ਨੇ ਕੁਰਬਾਨੀ ਦਿੱਤੀ। ਇਸ ਗੱਲ ਦਾ ਜ਼ਿਕਰ ਸੁਨੀਲ ਜਾਖੜ ਕਰਦੇ ਹੋਏ ਨਜ਼ਰ ਆਏ। ਬੀਜੇਪੀ ਨੇ ਅਕਾਲੀ ਦਲ ਦੇ ਨਾਲ ਸਮਝੌਤਾ ਕਰਕੇ ਕੁਰਬਾਨੀ ਦਿੱਤੀ ਸੀ। ਬੀਜੇਪੀ ਅਕਾਲੀ ਦਲ ਸਮਝੌਤਾ ਸਿਆਸੀ ਸਮਝੌਤਾ ਨਹੀਂ ਸੀ। ਇਸ ਗੱਲ ਦਾ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ। ਇਹ ਸਮਝੌਤਾ ਭਾਈਚਾਰਕ ਸਾਂਝ ਦਾ ਪ੍ਰਤੀਕ ਸੀ ਤੇ ਮੁੜ ਕੁਰਬਾਨੀ ਦੇਣ ਦੀ ਲੋੜ ਹੈ। ਕਿਤਨਾ ਕਿਤੇ ਸੁਨੀਲ ਜਾਖੜ ਮੁੜ ਤੋਂ ਬੀਜੇਪੀ ਅਕਾਲੀ ਦਲ ਦੀ ਅਲਾਇੰਸ ਦੀ ਹਮਾਇਤ ਕਰਦੇ ਹੋਏ ਵਿਖਾਈ ਦੇ ਰਹੇ ਨੇ, ਕਿਉਂਕਿ ਵੱਖ-ਵੱਖ ਸਿਆਸੀ ਸਟੇਟਾਂ ਚੋਂ ਪਹਿਲੇ ਵੀ ਸੁਨੀਲ ਜਾਖੜ ਦੇ ਵੱਲੋਂ ਇਸ ਅਲਾਇੰਸ ਦੀ ਹਮਾਇਤ ਕੀਤੀ ਗਈ ਹੈ ਤੇ ਮੁੜ ਤੋਂ ਅੱਜ ਜਦੋਂ ਲੁਧਿਆਣਾ 'ਚ ਸਮੁੱਚੀ ਲੀਡਰਸ਼ਿਪ ਪੰਜਾਬ ਬੀਜੇਪੀ ਦੀ ਇਕੱਠੀ ਹੋਈ ਸੀ ਤੇ ਇਸ ਦੌਰਾਨ ਸਟੇਜ ਤੋਂ ਜਦੋਂ ਸੰਬੋਧਨ ਕਰ ਰਹੇ ਸੀ, ਉਹਨਾਂ ਨੇ ਮੁੜ ਤੋਂ ਇਹ ਗੱਲ ਦੁਹਰਾਈ ਕਿ ਪੰਜਾਬ ਦੀ ਭਾਈਚਾਰਕ ਸਾਂਝ ਦੇ ਲਈ ਬੀਜੇਪੀ ਨੇ ਕੁਰਬਾਨੀ ਦਿੱਤੀ। ਬੀਜੇਪੀ ਨੇ ਅਕਾਲੀ ਦਲ ਦੇ ਨਾਲ ਸਮਝੌਤਾ ਕਰਕੇ ਕੁਰਬਾਨੀ ਦਿੱਤੀ ਹੈ ਤੇ ਬੀਜੇਪੀ ਅਕਾਲੀ ਦਲ ਸਮਝੌਤਾ ਸਿਆਸੀ ਸਮਝੌਤਾ ਬਿਲਕੁਲ ਨਹੀਂ ਸੀ ਤੇ ਇਹ ਸਮਝੌਤਾ ਭਾਈਚਾਰਕ ਸਾਂਝ ਦਾ ਪ੍ਰਤੀਕ ਸੀ। ਹਾਲਾਂਕਿ ਇਹ ਜੋ 1996 ਦਾ ਗਠਜੋੜ ਹੋਇਆ ਹੈ, ਉਸ ਦੌਰਾਨ ਦਾ ਜ਼ਿਕਰ ਕਰ ਰਹੇ ਸੀ ਕਿ ਜਦੋਂ ਇਨੀਸ਼ੀਅਲ ਤੌਰ ਤੇ ਅਲਾਇੰਸ ਹੋਇਆ ਹੈ ਤੇ ਉਸ ਦੌਰਾਨ ਹੀ ਬੀਜੇਪੀ ਨੇ ਅਕਾਲੀ ਦਲ ਨਾਲ ਸਮਝੌਤਾ ਕਰਕੇ ਕੁਰਬਾਨੀ ਦਿੱਤੀ ਸੀ। ਹਾਲਾਂਕਿ ਬੀਤੇ ਦਿਨਾਂ ਦਾ ਇਹ ਜ਼ਿਕਰ ਕਰ ਰਹੇ ਨੇ ਕਿਉਂਕਿ ਇਹ ਜੋ ਪੂਰਾ ਅਲਾਇੰਸ ਸੀ 2 ਦਹਾਕਿਆਂ ਤੋਂ ਜ਼ਿਆਦਾ ਦਾ ਅਲਾਇੰਸ ਚੱਲਿਆ ਹੈ। ਪਰ ਕਿਸਾਨੀ ਜਦੋਂ ਅੰਦੋਲਨ ਹੋਇਆ ਸੀ 3 ਖੇਤੀ ਕਾਨੂੰਨਾਂ ਦੇ ਮੁੱਦੇ ਤੇ ਇਹ ਅਲਾਇੰਸ ਟੁੱਟਿਆ ਸੀ। ਪਰ ਉਸ ਤੋਂ ਬਾਅਦ ਮੁੜ ਤੋਂ ਅਕਾਲੀ ਦਲ ਤੇ ਬੀਜੇਪੀ ਇੱਕ ਸਟੇਜ ਤੇ ਇਕੱਠੇ ਦੋਨੋਂ ਪਾਰਟੀਆਂ ਨਹੀਂ ਹੋਈਆਂ ਨੇ। ਪਰ ਦੂਸਰੇ ਪਾਸੇ ਪੰਜਾਬ ਬੀਜੇਪੀ ਦੇ ਵੱਡੇ ਲੀਡਰਸ ਕੈਪਟਨ ਅਮਰਿੰਦਰ ਸਿੰਘ, ਦੂਸਰੇ ਪਾਸੇ ਸੁਨੀਲ ਜਾਖੜ ਇਸ ਗੱਲ ਦਾ ਵਾਰ-ਵਾਰ ਜ਼ਿਕਰ ਕਰਦੇ ਆਏ ਨੇ ਕਿ ਗਠਜੋੜ ਮੁੜ ਤੋਂ ਹੋਣਾ ਚਾਹੀਦਾ ਹੈ। ਜੇ ਪੰਜਾਬ ਚਾਹੁੰਦਾ ਹੈ ਕਿ ਬੀਜੇਪੀ ਦੀ ਸਰਕਾਰ ਪੰਜਾਬ 'ਚ ਬਣੇ ਤੇ ਅਲਾਇੰਸ ਬੇਹੱਦ ਹੀ ਲਾਜ਼ਮੀ ਹੈ। ਪਰ ਮੁੜ ਤੋਂ ਅੱਜ ਇਸ ਗੱਲ ਦੀ ਹਮਾਇਤ ਕੀਤੀ ਗਈ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ, ਕਿਉਂਕਿ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਮੁੜ ਤੋਂ ਕੁਰਬਾਨੀ ਦੇਣ ਦੀ ਲੋੜ ਹੈ, ਕਿਉਂਕਿ ਬੀਜੇਪੀ ਨੇ ਅਕਾਲੀ ਦਲ ਦੇ ਨਾਲ ਸਮਝੌਤਾ ਕਰਕੇ ਕੁਰਬਾਨੀ ਦਿੱਤੀ ਸੀ ਜਦੋਂ ਇਹ ਅਲਾਇੰਸ ਹੋਇਆ ਸੀ। 1996 ਦਾ ਉਹ ਜ਼ਿਕਰ ਕਰ ਰਹੇ ਨੇ, ਪਰ ਹੁਣ 2 ਦਹਾਕਿਆਂ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ਜਦੋਂ ਇਹ ਗਠਜੋੜ ਟੁੱਟਿਆ ਸੀ। ਉਸ ਤੋਂ ਬਾਅਦ ਵੀ 6 ਸਾਲ ਦਾ ਸਮਾਂ ਆਲਰੇਡੀ ਬੀਤ ਚੁੱਕਿਆ ਹੈ। ਕਈ ਇਲੈਕਸ਼ਨਸ, ਚਾਹੇ ਉਹ ਬੀਜੇਪੀ ਹੋਏ ਚਾਹੇ ਉਹ ਅਕਾਲੀ ਦਲ ਹੋਏ, ਆਪਣੇ ਆਪਣੇ ਪੱਧਰ ਤੇ ਇਹਨਾਂ ਦੋਹਾਂ ਪਾਰਟੀਆਂ ਦੇ ਵੱਲੋਂ ਇਲੈਕਸ਼ਨਸ ਲੜੇ ਗਏ ਨੇ। 2022 ਅਸੈਂਬਲੀ ਇਲੈਕਸ਼ਨਸ ਦਾ ਜ਼ਿਕਰ ਕਰਾ ਤੇ ਆਪਣੇ ਆਪਣੇ ਪੱਧਰ ਤੇ ਹੀ ਇਹਨਾਂ ਦੋਨਾਂ ਪਾਰਟੀਆਂ ਦੇ ਵੱਲੋਂ ਇਲੈਕਸ਼ਨਸ ਲੜੇ ਗਏ ਸੀ। ਸ਼੍ਰੋਮਣੀ ਅਕਾਲੀ ਦਲ ਦੇ ਖਾਤੇ 'ਚ 3 ਸੀਟਾਂ ਪਈਆਂ ਸੀ, ਜਦਕਿ ਬੀਜੇਪੀ 2 ਸੀਟਾਂ ਹੀ ਜਿੱਤਣ 'ਚ ਕਾਮਯਾਬ ਰਹੀ ਸੀ ਤੇ ਹੁਣ ਮੁੜ ਤੋਂ ਇਸ ਗੱਲ ਦੀ ਹਮਾਇਤ ਕਰ ਰਹੇ ਨੇ ਕਿ ਮੁੜ ਤੋਂ ਕੁਰਬਾਨੀ ਦੇਣ ਦੀ ਲੋੜ ਹੈ, ਯਾਨੀ ਕਿ ਬੀਜੇਪੀ ਤੇ ਅਕਾਲੀ ਦਲ ਨੂੰ ਮੁੜ ਤੋਂ ਅਲਾਇੰਸ ਕਰਨਾ ਚਾਹੀਦਾ ਹੈ। ਤੇ ਨਿਤਿਨ ਨਬੀਨ ਜੋ ਕਿ ਪੰਜਾਬ ਬੀਜੇਪੀ ਦੇ ਇਸ ਪੂਰੇ ਪ੍ਰੋਗਰਾਮ 'ਚ ਪਹੁੰਚੇ ਸੀ ਤੇ ਉਸ ਦੌਰਾਨ ਹੀ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ। अकालियों के साथ समझौता किया, वो कोई राजनीतिक समझौता नहीं था, वो एक सामाजिक समझौता था। पंजाब के अंदर अमन शांति भाईचारक साझ इसको तोड़ने के लिए हमारे बॉर्डर से पार बैठे ISI और पाकिस्तान वाले हमारे भाईचारक इस मजबूती को तोड़ना चाह रहे थे। उसको बचाए रखने के लिए वो कुर्बानी दी। आज उस कुर्बानी की जो हमारी वो कहते हैं जिस तरह आपको eternal vigilance is the price you pay for democracy। हमें आपको सतर्क रहना पड़ता है। आज फिर ये धरती कुर्बानी मांग रही है। आज ये धरती फिर आप सबसे एक बार फिर से अपना शौर्य दिखाने की मांग कर रही है। ये सब आप पटना की उस धरती से आए हो जहां पे गुरु गोविंद सिंह जी ने कहा था हिंद की चादर गुरु तेग बहादुर जी से कि आपसे बड़ी कुर्बानी कौन सी हो सकती है। आज फिर कुर्बानी का समय। अकालियों के साथ समझौता किया, वो कोई राजनीतिक समझौता नहीं था, वो एक सामाजिक समझौता था। पंजाब के अंदर अमन शांति भाईचारक साझ इसको तोड़ने के लिए हमारे बॉर्डर से पार बैठे ISI और पाकिस्तान वाले हमारे भाईचारक इस मजबूती को तोड़ना चाह रहे थे। उसको बचाए रखने के लिए वो कुर्बानी दी। आज उस कुर्बानी की जो हमारी वो कहते हैं जिस तरह आपको eternal vigilance is the price you pay for democracy। हमें आपको सतर्क रहना पड़ता है। आज फिर ये धरती कुर्बानी मांग रही है। आज ये धरती फिर आप सबसे एक बार फिर से अपना शौर्य दिखाने की मांग कर रही है। ये सब आप पटना की उस धरती से आए हो जहां पे गुरु गोविंद सिंह जी ने कहा था हिंद की चादर गुरु तेग बहादुर जी से कि आपसे बड़ी कुर्बानी कौन सी हो सकती है।